ਵਾਹਿਗੁਰੂ ਸ਼ਲੋਕ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਸੁਖੀ ਬਸੇ ਮਸਕੀਨੀਆਂ, ਮਸਕੀਨੀਆਂ ਭਾਵ ਗਰੀਬ, ਜੋ ਆਪਣੇ ਆਪ ਨੂੰ ਗਰੀਬ ਸਮਝਦਾ ਹੈ ਉਹ ਸੁਖੀ ਵਸਦੇ ਹਨ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਜੋ ਆਪਣਾ ਆਪਾ ਗਵਾ ਕੇ ਨੀਵੇਂ ਹੋ ਕੇ ਵਸਦੇ ਹਨ ਉਹ ਗਰੀਬ ਹਮੇਸ਼ਾ ਸੁਖੀ ਵਸਦੇ ਹਨ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਜਿਹੜੇ ਵੱਡੇ ਤੋਂ ਵੱਡੇ ਹੰਕਾਰ ਕਰਨ ਵਾਲੇ ਹਨ ਉਹ ਹੰਕਾਰ ਵਿੱਚ ਗਲ ਗਏ ਹਨ। ਅਸ਼ਟਪਦੀ। ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਜਿਸ ਕੇ ਅੰਤਰ ਰਾਜ ਅਭਿਮਾਨ, ਜਿਸ ਦੇ ਅੰਦਰ ਰਾਜ ਦਾ ਅਭਿਮਾਨ ਹੈ, ਹੰਕਾਰ ਹੈ ਕਿ ਮੇਰੇ ਕੋਲੇ ਰਾਜ ਹੈ। ਸੋ ਨਰਕ ਪਾਤੀ ਹੋਵਤ ਸੁਆਨ, ਉਹ ਕੁੱਤਾ ਨਰਕ ਵਿੱਚ ਪੈਂਦਾ ਹੈ। ਜੋ ਜਾਣੇ ਮੈਂ ਜੋਵਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਜਿਹੜਾ ਇਹ ਜਾਣਦਾ ਹੈ, ਇਹ ਮੰਨਦਾ ਹੈ ਕਿ ਮੈਂ ਤਾਂ ਬੜਾ ਜਵਾਨੀ ਵਾਲਾ ਹਾਂ, ਮੈਂ ਤਾਂ ਬੜਾ ਸੁੰਦਰ ਹਾਂ, ਆਪਣੀ ਸੁੰਦਰਤਾ 'ਤੇ ਬੜਾ ਮਾਣ ਕਰਦਾ ਹੈ, ਜੋਵਨ 'ਤੇ ਬੜਾ ਮਾਣ ਕਰਦਾ ਹੈ। ਸੋ ਹੋਵਤ ਬਿਸ਼ਟਾ ਕਾ ਜੰਤ, ਉਹ ਗੰਧ ਦਾ ਕੀੜਾ ਬਣਦਾ ਹੈ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੇ ਬਉ ਜੂਨ ਪਰਮਾਵੈ। ਜੋ ਆਪਣੇ ਆਪ ਨੂੰ ਕਰਮ ਵਾਲਾ ਕਹਾਉਂਦਾ ਹੈ ਉਹ ਫਿਰ ਜੰਮਦਾ ਅਤੇ ਜਨਮਾਂ ਵਿੱਚ ਭੌਂਦਾ ਫਿਰਦਾ ਹੈ। ਕਹਿੰਦਾ ਹੈ ਕਿ ਮੈਂ ਹੀ ਕਰਮਾਂ ਵਾਲਾ ਹਾਂ, ਤਾਂ ਇਸ ਤਰ੍ਹਾਂ ਉਹ ਜਨਮ ਮਰੇ ਬਹੁ ਜੂਨ ਭਰਮਾਵੇ, ਉਹ ਫਿਰ ਜਨਮਾਂ ਮਰਨਾਂ ਦੇ ਚੱਕਰ ਵਿੱਚ ਹੀ ਘੁੰਮਦਾ ਫਿਰਦਾ ਹੈ। ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਧਨ ਭੂਮਿਕਾ ਜੋ ਕਰੇ ਗੁਮਾਨ, ਜੋ ਧਨ ਅਤੇ ਜ਼ਮੀਨ ਦਾ ਬੜਾ ਮਾਣ ਕਰਦਾ ਹੈ। ਸੋ ਮੂਰਖ ਅੰਧਾ ਅਗਿਆਨ, ਉਹ ਮੂਰਖ ਹੈ, ਅੰਨ੍ਹਾ ਹੈ ਅਤੇ ਬੇਸਮਝ ਹੈ, ਇਸੇ ਕਰਕੇ ਗੁਮਾਨ ਕਰ ਰਿਹਾ ਹੈ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ। ਜਿਸ ਦੇ ਹਿਰਦੇ ਵਿੱਚ ਕਿਰਪਾ ਕਰਕੇ ਆਪਣੀ ਉਹ ਵਾਹਿਗੁਰੂ ਗਰੀਬੀ ਵਸਾਉਂਦਾ ਹੈ। ਕਰ ਕਿਰਪਾ, ਆਪਣੀ ਕਿਰਪਾ ਦੇ ਨਾਲ ਜਿਸ ਕੇ ਹਿਰਦੇ ਗਰੀਬੀ ਵਸਾਵੇ, ਜਿਸ ਦੇ ਹਿਰਦੇ ਦੇ ਵਿੱਚ ਗਰੀਬੀ ਵਸਾਉਂਦਾ ਹੈ। ਨਾਨਕ ਈਹਾਂ ਮੁਕਤ, ਉਹ ਇੱਥੇ ਸੰਸਾਰ ਵਿੱਚ ਵੀ ਮੁਕਤ ਹੋ ਜਾਂਦਾ ਹੈ ਦੁੱਖਾਂ ਤੋਂ, ਕਲੇਸ਼ਾਂ ਤੋਂ, ਅਤੇ ਆਗੇ ਸੁੱਖ ਪਾਵੈ, ਅਤੇ ਅੱਗੇ ਫਿਰ ਦਰਗਾਹ ਦੇ ਵਿੱਚ ਵੀ ਸੁੱਖ ਪ੍ਰਾਪਤ ਕਰਦਾ ਹੈ। ਧਨਵੰਤ ਹੋਏ ਕਰ ਗਰਬਾਵੈ ਤ੍ਰਿੜ ਸਮਾਨ ਕਛ ਸੰਗ ਨ ਜਾਵੈ। ਧਨਵੰਤ ਹੋਏ ਕਰ ਗਰਬਾਵੈ, ਧਨ ਵਾਲਾ ਹੋ ਕੇ ਹੰਕਾਰ ਕਰਦਾ ਹੈ। ਤ੍ਰਿੜ ਸਮਾਨ ਕਛ ਸੰਗ ਨ ਜਾਵੈ, ਆਪਾਂ ਨੂੰ ਪਤਾ ਵੀ ਹੈ ਵੀ ਕੱਖ ਜਿੰਨਾ ਵੀ, ਤਿਣਕਾ ਵੀ, ਭੋਰਾ ਵੀ, ਕੁਝ ਵੀ ਨਾਲ ਨਹੀਂ ਜਾਣਾ, ਖਾਲੀ ਹੱਥ ਆਏ ਹਾਂ ਅਤੇ ਖਾਲੀ ਹੱਥ ਹੀ ਜਾਣਾ ਹੈ। ਬਹੁ ਲਸਕਰ ਮਾਨੁਖ ਊਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਬਹੁ ਲਸਕਰ ਭਾਵ ਬਹੁਤ ਸਾਰੀਆਂ ਫੌਜਾਂ ਹੋਣੀਆਂ, ਮਾਨੁਖ ਊਪਰ ਕਰੇ ਆਸ, ਬਹੁਤ ਸਾਰੇ ਆਦਮੀ ਰੱਖੇ ਹੋਏ ਹਨ ਜਿਵੇਂ ਫੌਜ ਦੇ, ਉਹਨਾਂ ਉੱਤੇ ਆਪਣੀ ਆਸ ਰੱਖ ਲਵੇ। ਪਲ ਭੀਤਰ ਤਾਂ ਕਾ ਹੋਏ ਵਿਨਾਸ਼, ਉਸ ਦਾ ਇੱਕ ਛਿਣ ਵਿੱਚ
ਇੱਕ ਸਕਿੰਟ ਵਿੱਚ ਨਾਸ਼ ਹੋ ਜਾਂਦਾ ਹੈ। ਸਭ ਤੇ ਆਪ ਜਾਣੇ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ। ਜੋ ਸਭ ਤੋਂ ਆਪਣੇ ਆਪ ਨੂੰ ਜ਼ੋਰਾਵਰ ਸਮਝਦਾ ਹੈ, ਜ਼ੋਰ ਵਾਲਾ ਸਮਝਦਾ ਹੈ, ਬਲਵਾਨ ਸਮਝਦਾ ਹੈ, ਖਿਨ ਮੈਂ ਹੋਏ ਜਾਏ ਪਸਮੰਤ, ਤੇ ਇੱਕ ਛਿਣ ਦੇ ਵਿੱਚ, ਇੱਕ ਸਕਿੰਟ ਦੇ ਵਿੱਚ ਭਸਮ ਹੋ ਜਾਏਗਾ, ਭਾਵ ਸਵਾਹ ਬਣ ਜਾਏਗਾ। ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜਿਹੜਾ ਹੰਕਾਰੀ ਕਿਸੇ ਨੂੰ ਕੁਝ ਵੀ ਨਹੀਂ ਸਮਝਦਾ, ਕਿਸੇ ਨਾ ਵਧੈ ਭਾਵ ਕਿਸੇ ਨੂੰ ਕੁਝ ਵੀ ਨਾ ਸਮਝਣਾ, ਆਪ ਹੰਕਾਰੀ ਤੇ ਆਪ ਬਹੁਤ ਹੰਕਾਰ ਕਰਦਾ ਹੋਵੇ, ਧਰਮ ਰਾਏ ਤਿਸ ਕਰੇ ਖੁਆਰੀ। ਫਿਰ ਉਹ ਜਮ ਵਾਹਿਗੁਰੂ ਅਕਾਲ ਪੁਰਖ ਦੇ ਜੋ ਹਨ ਨਾ ਧਰਮ ਰਾਏ ਹੈ, ਉਹ ਉਸ ਨੂੰ ਫਿਰ ਬੜਾ ਖੁਆਰ ਕਰੇਗਾ। ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪਰਵਾਨ। ਗੁਰ ਪ੍ਰਸਾਦ ਤੋਂ ਭਾਵ ਹੈ ਗੁਰੂ ਦੀ ਕਿਰਪਾ ਨਾਲ, ਜਿਸ ਦਾ ਹੰਕਾਰ ਮਿਟ ਜਾਂਦਾ ਹੈ, ਸੋ ਜਨ ਨਾਨਕ ਦਰਗਾਹ ਪਰਵਾਨ, ਉਹੀ ਦਾਸ ਦਰਗਾਹ ਦੇ ਵਿੱਚ ਪਰਵਾਨ ਮੰਨਿਆ ਜਾਂਦਾ ਹੈ। ਕੋਟ ਕਰਮ ਕਰੇ ਹੋ ਧਾਰੇ, ਸਰਮ ਪਾਵੇ ਸਗਲੇ ਬਿਰਥਾਰੇ। ਕੋਟ ਕਰਮ ਕਰੇ ਹੋ ਧਾਰੇ, ਕਰੋੜਾਂ ਚੰਗੇ ਕੰਮ ਕਰਕੇ ਵੀ ਹੰਕਾਰ ਕਰੇ ਵੀ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ, ਤਾਂ ਸਰਮ ਪਾਵੇ ਸਗਲੇ ਬਿਰਥਾਰੇ, ਬਹੁਤ ਦੁੱਖ ਵੀ ਪਾਉਂਦਾ ਹੈ ਅਤੇ ਨਾਲ ਹੀ ਜੋ ਸਾਰੇ ਕੰਮ ਕੀਤੇ ਹੋਏ ਹਨ ਨਾ ਉਹ ਵੀ ਫਿਰ ਵਿਅਰਥ ਹੀ ਜਾਂਦੇ ਹਨ। ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ। ਅਨੇਕ ਤਪੱਸਿਆ, ਅਨੇਕਾਂ ਵਰ੍ਹਿਆਂ ਤੱਕ ਤਪ ਕਰਕੇ ਫਿਰ ਮਨ ਦੇ ਅੰਦਰ ਹੰਕਾਰ ਕਰੇ, ਮੈਂ ਤਾਂ ਵੀ ਬਹੁਤ ਤਪ ਕਰਨ ਵਾਲਾ ਹਾਂ। ਨਰਕ ਸਵਰਗ ਫਿਰ ਫਿਰ ਅਵਤਾਰ, ਉਹ ਫਿਰ ਭੌਂ ਭੌਂ ਕੇ ਨਰਕਾਂ ਸਵਰਗਾਂ ਦੇ ਵਿੱਚ ਆਉਂਦਾ ਹੈ, ਭਾਵ ਜਨਮ ਮਰਨ ਦੇ ਚੱਕਰ ਵਿੱਚ ਹੀ ਤੁਰਿਆ ਫਿਰਦਾ ਹੈ। ਅਨੇਕ ਯਤਨ ਕਰ ਆਤਮ ਨਹੀਂ ਦਰਬੈ, ਹਰ ਦਰਗਾਹ ਕੋ ਕੈਸੇ ਗਵੈ। ਅਨੇਕਾਂ ਯਤਨਾਂ ਕਰਕੇ ਵੀ ਜਿਸ ਦਾ ਮਨ ਢਲਦਾ ਨਹੀਂ ਹੈ, ਹਰ ਦਰਗਾਹ ਉਹ ਕੋ ਕੈਸੇ ਗਵੈ, ਉਹ ਹਰੀ ਦੀ ਦਰਗਾਹ ਦੇ ਵਿੱਚ ਫਿਰ ਕਿਵੇਂ ਪੁੱਜ ਸਕਦਾ ਹੈ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਜੋ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ, ਮੈਂ ਹੀ ਸਭ ਤੋਂ ਭਲਾ ਇਨਸਾਨ ਹਾਂ, ਤਿਸੇ ਭਲਾਈ ਨਿਕਟ ਨਾ ਆਵੇ, ਇਸ ਤਰ੍ਹਾਂ ਦੇ ਇਨਸਾਨ ਨੂੰ ਦੇ ਤਾਂ ਭਲਾਈ ਨੇੜੇ ਵੀ ਨਹੀਂ ਆਉਂਦੀ। ਸਰਬ ਕੀ ਰੈਣ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਸਰਬ ਕੀ ਰੈਣ, ਜਿਸ ਦਾ ਮਨ ਸਭ ਦੀ ਧੂੜੀ ਬਣ ਜਾਂਦਾ ਹੈ, ਉਸ ਆਦਮੀ ਦੀ ਸੋਭਾ ਬੜੀ ਸਾਫ਼ ਹੈ, ਸਭ ਉਸ ਦੀ ਸੋਭਾ ਕਰਦੇ ਹਨ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਦ ਇਹ ਪ੍ਰਾਣੀ ਇਹ ਸੋਚਦਾ ਹੈ ਕਿ ਮੈਥੋਂ ਹੀ ਕੁਝ ਹੋ ਸਕਦਾ ਹੈ, ਮੈਂ ਹੀ ਕੁਝ ਕਰਨ ਵਾਲਾ ਹਾਂ, ਮੈਥੋਂ ਬਗੈਰ ਤਾਂ ਕੋਈ ਹੋਰ ਕੁਝ ਕਰ ਹੀ ਨਹੀਂ ਸਕਦਾ, ਤਬ ਇਸ ਕੋ ਸੁਖ ਨਾਹੀ ਕੋਏ, ਤਦੋਂ ਫਿਰ ਕੀ ਹੁੰਦਾ ਹੈ, ਇਸ ਨੂੰ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ। ਇਹ ਪ੍ਰਾਣੀ, ਜਦੋਂ ਇਹ ਪ੍ਰਾਣੀ ਇਹ ਸੋਚਦਾ ਹੈ ਕਿ ਮੈਥੋਂ ਹੀ ਕੁਛ ਨਾ ਕੁਛ ਹੁੰਦਾ ਹੈ, ਮੈਂ ਹੀ ਸਭ ਕੁਛ ਕਰਦਾ ਹਾਂ, ਤਬ ਲਗ ਗਰਭ ਜੂਨ ਮੈਂ ਫਿਰਤਾ, ਤਦ ਫਿਰ ਇਹ ਕੀ ਹੈ ਕਿ ਜੂਨੀਆਂ ਦੇ ਵਿੱਚ ਭੌਂਦਾ ਫਿਰਦਾ ਹੈ, ਜਨਮ ਲੈਂਦਾ ਹੈ, ਮਰਦਾ ਹੈ, ਇਸੇ ਚੱਕਰ ਦੇ ਵਿੱਚ ਫਿਰ ਤੁਰਿਆ ਫਿਰਦਾ ਹੈ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਜਦ ਤੱਕ ਇਹ ਕਿਸੇ ਨੂੰ
ਦੁਸ਼ਮਣ ਕਿਸੇ ਨੂੰ ਮਿੱਤਰ ਬਣਾਉਂਦਾ ਹੈ। ਤਬ ਲਗ ਨਿਹਚਲ ਨਾਹੀ ਚੀਤ, ਉਹਨਾਂ ਵਿੱਚ ਮਨ ਟਿਕਦਾ ਨਹੀਂ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਦੋਂ ਤੱਕ ਮਾਇਆ ਦੇ ਮੋਹ ਨਾਲ ਮਸਤ ਹੈ, ਤਦੋਂ ਤੱਕ ਇਸ ਨੂੰ ਜਮ ਸਜ਼ਾਵਾਂ ਦੇਵੇਗਾ। ਜਬ ਲਗ ਮੋਹ ਮਗਨ ਸੰਗ ਮਾਏ, ਜਿੰਨਾ ਚਿਰ ਇਸ ਨੇ ਮਾਇਆ ਦੇ ਨਾਲ ਮੋਹ ਪਾ ਲਿਆ। ਤਬ ਲਗ ਧਰਮ ਰਾਏ ਦੇ ਸਜਾਏ, ਤਦੋਂ ਤੱਕ ਫਿਰ ਇਸ ਨੂੰ ਜੋ ਹੈ ਜਮ ਸਜ਼ਾਵਾਂ ਦੇਵੇਗਾ। ਇੱਥੇ ਮਾਇਆ ਜਿਹੜੀ ਹੈਗੀ ਆ, ਜੋ ਗਲਤ ਕੰਮਾਂ ਦੇ ਵਾਲੀ ਨਾਲ ਕਮਾਉਂਦੇ ਹਨ, ਜਾਂ ਫਿਰ ਸੰਸਾਰਕ ਪਦਾਰਥਾਂ ਦੇ ਵਿੱਚ ਬਹੁਤ ਧਿਆਨ ਰੱਖਣਾ ਕਿ ਮੇਰੇ ਕੋਲ ਆ ਵੀ ਹੋਵੇ, ਮੇਰੇ ਕੋਲ ਉਹ ਵੀ ਹੋਵੇ, ਇਹ ਉਸ ਮਾਇਆ ਦੀ ਗੱਲ ਕੀਤੀ ਗਈ ਹੈ। ਉੱਦਾਂ ਆਪਾਂ ਨੂੰ ਸਭ ਨੂੰ ਹਰ ਰੋਜ਼ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਧਨ ਵੀ ਚਾਹੀਦਾ ਹੈ। ਆਪਾਂ ਨੇ ਸੱਚੀ ਅਤੇ ਸੁੱਚੀ ਕਿਰਤ ਕਮਾਈ ਵੀ ਕਰਨੀ ਹੈ। ਮੈਂ ਇੱਥੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੀ ਹਾਂ, ਕਿਉਂਕਿ ਬਹੁਤ ਸਾਰੇ ਲੋਕ ਫਿਰ ਕਹਿੰਦੇ ਹਨ ਵੀ ਪਤਾ ਨਹੀਂ ਵੀ ਮਾਇਆ ਜਿਹੜੀ ਇੱਥੇ ਜੇ ਆਪਾਂ ਮਾਏ ਕਹਿ ਦਿੰਦੇ ਨਾ, ਮਾਇਆ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਸ ਦਾ ਹੋਰ ਉਹ ਅਰਥ ਕੱਢ ਲੈਂਦੇ ਹਨ ਕਿ ਇਹਨਾਂ ਨੂੰ ਕਈ ਤਾਂ ਇਹ ਸੋਚਦੇ ਵੀ ਫਿਰ ਕੰਮ ਕਰਨ ਦੀ ਲੋੜ ਹੀ ਨਹੀਂ ਹੈ, ਵੀ ਇਹ ਉਹ ਵਾਲੀ ਮਾਇਆ ਨਹੀਂ। ਗੁਰੂ ਸਾਹਿਬ ਨੇ ਗੱਲ ਕੀਤੀ ਮਾਇਆ ਭਾਵ ਸੰਸਾਰਿਕ ਪਦਾਰਥਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਪਾ ਲੈਣਾ। ਗਲਤ ਢੰਗ ਨਾਲ ਵੀ ਜੇ ਪੈਸੇ ਆਉਂਦੇ, ਸਾਡੇ ਕੋਲ ਮਾਇਆ ਆਉਂਦੀ ਆ ਤਾਂ ਉਹ ਵੀ ਆਉਣ ਦੇਣੀ, ਉਹਦੇ ਵਾਸਤੇ ਉਪਰਾਲੇ ਵੀ ਕਰਨੇ, ਇਹ ਠੀਕ ਨਹੀਂ ਹੈ। ਆਪਾਂ ਸੱਚੀ ਅਤੇ ਸੁੱਚੀ ਕਿਰਤ ਕਮਾਈ ਕਰਨੀ ਹੈ। ਸਾਡੇ ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਇਹੀ ਕਹਿ ਕੇ ਗਏ ਹਨ ਕਿ ਕਿਰਤ ਕਰੋ ਅਤੇ ਵੰਡ ਛਕੋ। ਆਪਾਂ ਉਹ ਵਾਲੀ ਕਿਰਤ ਕਰਦੇ ਰਹਿਣਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੂਟੈ। ਮਾਲਕ ਦੀ ਕਿਰਪਾ ਦੇ ਨਾਲ ਰੋਸੇ ਟੁੱਟਦੇ ਹਨ। ਪ੍ਰਭ ਕਿਰਪਾ ਤੇ ਬੰਧਨ ਟੂਟੇ, ਮਾਲਕ ਦੀ ਕਿਰਪਾ ਦੇ ਨਾਲ, ਮਾਫ ਕਰਨਾ, ਮਾਲਕ ਦੀ ਕਿਰਪਾ ਦੇ ਨਾਲ ਜੋ ਬੰਨੇ ਹੋਏ ਬੰਧਨ ਹਨ, ਉਹਨਾਂ ਦੇ ਰੱਸੇ ਟੁੱਟ ਜਾਂਦੇ ਹਨ। ਗੁਰ ਪ੍ਰਸਾਦ ਨਾਨਕ ਹੋ ਛੂਟੈ, ਗੁਰੂ ਦੀ ਮਿਹਰ ਦੇ ਨਾਲ ਜੋ ਹੰਗਤਾ ਛੁੱਟ ਜਾਂਦੀ ਹੈ। ਸਾਹਸ ਖਟੇ ਲੱਖ ਕੋ ਉਠ ਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ। ਸਾਹਸ ਖਟੇ ਲੱਖ ਕੋ ਉਠ ਧਾਵੈ, 1000 ਖੱਟ ਕੇ ਫਿਰ ਲੱਖ ਨੂੰ ਉੱਠ ਦੌੜਦਾ ਹੈ। ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੇ, ਦੌਲਤ ਇਕੱਠੀ ਕਰਦਾ ਕਰਦਾ ਰੱਜਦਾ ਨਹੀਂ ਹੈ। ਤ੍ਰਿਸ਼ਨਾ ਜੋ ਹੈ ਫਿਰ ਵੱਧਦੀ ਜਾਂਦੀ ਹੈ। ਉਦੋਂ ਫਿਰ ਠੀਕ ਨਹੀਂ ਹੁੰਦਾ। ਇਹ ਤ੍ਰਿਸ਼ਨਾ ਦੇ ਵਿੱਚ ਜਿਹੜੀ ਮਾਇਆ ਦੀ ਜੋ ਤ੍ਰਿਸ਼ਨਾ ਹੈ, ਉਸ ਵਿੱਚ ਆਪਾਂ ਨੇ ਨਹੀਂ ਪੈਣਾ। ਅਨੇਕ ਭੋਗ ਵਿਖਿਆ ਕੇ ਕਰੇ, ਨਾ ਤ੍ਰਿਪਤਾਵੈ ਖਪ ਖਪ ਮਰੇ। ਹੁਣ ਕਿਉਂ ਉਹ ਤ੍ਰਿਸ਼ਨਾ ਲੱਗੀ ਹੁੰਦੀ ਹੈ? ਜੋ ਆਪਾਂ ਉੱਪਰ ਪੰਗਤੀਆਂ ਪੜ੍ਹੀਆਂ ਹਨ, ਸਾਹਸ ਖਟੇ ਲੱਖ ਕੋ ਉਠ ਧਾਵੈ, 1000 ਖੱਟ ਕੇ ਫਿਰ ਕਹਿੰਦਾ ਵੀ ਮੇਰੇ ਕੋਲੇ ਲੱਖਾਂ ਰੁਪਈਆ ਆ ਜਾਵੇ। ਹੁਣ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਦੌਲਤ ਇਕੱਠੀ ਕਰਦਾ ਕਰਦਾ ਰੱਜਦਾ ਨਹੀਂ ਹੈ, ਭੱਜਿਆ ਫਿਰਦਾ ਹੈ। ਤਾਂ ਹੁਣ ਜਿਹੜੀਆਂ ਪੰਗਤੀਆਂ ਨੇ, ਅਨੇਕ ਭੋਗ ਵਿਖਿਆ ਕੇ ਕਰੇ, ਵਿਸ਼ਿਆਂ ਦੇ ਵਿੱਚ ਅਨੇਕਾਂ ਭੋਗ ਕਰਦਾ ਹੈ ਆਪਦੇ ਸੁੱਖਾਂ ਦੇ ਲਈ। ਆਪਣੇ ਜਾਣੀ ਦੂਜਿਆਂ ਨੂੰ ਵੀ ਕਈ ਵਾਰੀ ਤੰਗ ਕਰਕੇ ਨਾ ਆਪਣੇ ਸੁੱਖਿਆਂ ਬਾਰੇ ਸੋਚਦਾ ਹੈ, ਪਦਾਰਥਾਂ ਦੇ ਵਿੱਚ ਪੈ ਜਾਂਦਾ ਹੈ। ਨਾ ਤ੍ਰਿਪਤਾਵੈ ਖਪ ਖਪ ਮਰੇ, ਫਿਰ ਖਪ ਖਪ ਮਰਦਾ ਵੀ ਹੈ ਪਰ ਰੱਜਦਾ ਕਦੇ ਨਹੀਂ ਹੈ। ਬਿਨ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਿਨਾਂ ਸੰਤੋਖ, ਬਿਨਾਂ ਸਬਰ ਸੰਤੋਖ ਤੋਂ ਕੋਈ ਵੀ ਰੱਜ ਨਹੀਂ ਸਕਦਾ। ਜਿਹੜੇ ਬੰਦੇ ਕੋਲੇ ਸੰਤੋਖ ਹੈ ਨਾ, ਉਹ ਰਾਜਾ ਹੈ, ਰਾਜਾ। ਸੰਤੋਖ ਦਾ ਹੋਣਾ ਬਹੁਤ ਜ਼ਰੂਰੀ ਹੈ।
ਜਿਹਦੇ ਕੋਲੇ ਸੰਤੋਖ ਨਹੀਂ ਹੈ ਉਹ ਕਦੇ ਰੱਜਦਾ ਹੀ ਨਹੀਂ ਹੈ, ਉਹ ਫਿਰ ਭੌਂਦਾ ਫਿਰਦਾ ਹੈ। ਜੋ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੈ, ਜੋ ਅਸੀਂ ਮਿਹਨਤ ਕਰਦੇ ਹਾਂ, ਗੁਰੂ ਸਾਹਿਬ ਸਾਨੂੰ ਫਲ ਦਿੰਦੇ ਹਨ। ਸਾਨੂੰ ਉਸੇ ਦੀ ਰਜ਼ਾ ਦੇ ਵਿੱਚ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ। ਸੰਤੋਖ ਜੋ ਹੈ ਉਹ ਇੱਕ ਬਹੁਤ ਵੱਡਾ ਸੁੱਖ ਹੈ। ਜਿਸ ਦੇ ਕੋਲੇ ਸੰਤੋਖ ਹੈ ਨਾ ਉਹ ਸੁਖੀ ਹੈ, ਅਤੇ ਜਿਸ ਨੂੰ ਹੋੜ ਲੱਗੀ ਹੋਈ ਹੈ ਮੈਂ ਕਹਿੰਦੀ ਹਾਂ ਵੀ ਉਹ ਸਭ ਤੋਂ ਦੁਖੀ ਹੈ, ਕਿਉਂਕਿ ਬਸ ਇੱਦਾਂ ਹੋੜ ਦੇ ਵਿੱਚ ਹੀ ਭੱਜਿਆ ਫਿਰਦਾ ਹੈ। ਸੁਪਨ ਮਨੋਰਥ ਬਿਰਥੇ ਸਭ ਕਾਜੇ, ਸੁਪਨੇ ਦੇ ਜੋ ਮਨੋਰਥ ਵਾਂਗ ਸਾਰੇ ਕੰਮ ਐਵੇਂ ਕਿਵੇਂ ਹਨ। ਜਿਵੇਂ ਸੁਪਨਾ ਹੁੰਦਾ ਹੈ ਨਾ, ਜੋ ਇੱਦਾਂ ਭੱਜੇ ਫਿਰਨਾ ਹੈ, ਅਤੇ ਉਹ ਜਿਹੜਾ ਫਿਰ ਜਿਵੇਂ ਸੁਪਨੇ ਵਾਂਗੂ ਸੁਪਨਾ ਆ ਗਿਆ, ਸੁਪਨ ਮਨੋਰਥ ਬਿਰਥੇ ਸਭ ਕਾਜੇ, ਅਤੇ ਉਹ ਸੁਪਨੇ ਵਾਂਗ ਫਿਰ ਸਾਰੇ ਜਿਹੜੇ ਕਾਰਜ ਹਨ ਉਹ ਫਿਰ ਬਿਰਥੇ ਹੀ ਹਨ। ਹਾਂਜੀ, ਆਪਾਂ ਕਿਰਤ ਕਮਾਈ ਕਰਨੀ ਹੈ, ਸੱਚੀ ਮਿਹਨਤ ਕਰਨੀ ਹੈ, ਵਾਹਿਗੁਰੂ ਦਾ ਧਿਆਨ ਧਰ ਕੇ, ਅਤੇ ਜੋ ਸਾਨੂੰ ਵਾਹਿਗੁਰੂ ਜੀ ਫਲ ਦਿੰਦੇ ਹਨ ਅਤੇ ਅਸੀਂ ਉਹਦੇ ਵਿੱਚ ਹੀ ਵਿਸ਼ਵਾਸ ਰੱਖਣਾ ਹੈ। ਅਸੀਂ ਕੋਈ ਗਲਤ ਤਰ੍ਹਾਂ ਦੀ ਕਿਰਤ ਕਮਾਈ ਨਹੀਂ ਕਰਨੀ ਹੈ, ਕਿਸੇ ਤੋਂ ਖੋਹ ਖਿੱਚ ਨਹੀਂ ਕਰਨੀ ਹੈ, ਕਿਸੇ ਦੇ ਸਿਰ 'ਤੇ ਨਹੀਂ ਜਿਉਣਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਆਸਰੇ ਉਸ ਦੇ ਅੱਗੇ ਹੀ ਅਸੀਂ ਅਰਜ਼ੋਈ ਕਰਨੀ ਹੈ, ਮਿਹਨਤ ਕਰਨੀ ਹੈ, ਫਲ ਉਹ ਆਪਣੇ ਆਪ ਹੀ ਦਿੰਦਾ ਹੈ। ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਨਾਮ ਦਾ ਆਨੰਦ ਸਾਰੇ ਸੁੱਖਾਂ ਦਾ ਮੁੱਢ ਹੈ। ਇਹ ਜੋ ਵਾਹਿਗੁਰੂ ਅਕਾਲ ਪੁਰਖ ਦਾ ਜਾਪ ਕਰਨਾ ਹੈ ਨਾ, ਇਹ ਸਾਰੇ ਸੁੱਖਾਂ ਦਾ ਮੁੱਢ ਹੈ। ਜਦੋਂ ਅਸੀਂ ਨਾਮ ਜਪਦੇ ਹਾਂ, ਜਾਪ ਕਰਨਾ ਅੰਮ੍ਰਿਤ ਵੇਲੇ ਸਾਝਰੇ ਉੱਠ ਕੇ, ਜਦੋਂ ਬਿਲਕੁਲ ਸ਼ਾਂਤ ਹੁੰਦਾ ਹੈ ਮਾਹੌਲ, ਉਦੋਂ ਜਦੋਂ ਅਸੀਂ ਜਾਪ ਕਰਦੇ ਹਾਂ ਨਾ ਵਾਹਿਗੁਰੂ ਵਾਹਿਗੁਰੂ ਜੀ ਦਾ, ਤਾਂ ਸਾਡੇ ਮਨ ਨੂੰ ਵੀ ਬੜੀ ਸ਼ਾਂਤੀ ਮਿਲਦੀ ਹੈ। ਸਾਡੀ ਜਿਹੜੀ ਸੋਚ ਹੈ ਉਹ ਬਹੁਤ ਪੋਜ਼ੀਟਿਵ ਹੋ ਜਾਂਦੀ ਹੈ, ਅਤੇ ਅਸੀਂ ਫਿਰ ਉਹਦੇ ਨਾਲ ਗੁਰਬਾਣੀ ਨੂੰ ਵੀ ਜਦੋਂ ਸਮਝਦੇ ਹਾਂ ਨਾ, ਫਿਰ ਸਾਨੂੰ ਜਿਉਣ ਦਾ ਪਤਾ ਲੱਗ ਜਾਂਦਾ ਹੈ। ਬੰਦੇ ਦੇ ਵਿੱਚੋਂ ਤ੍ਰਿਸ਼ਨਾ ਆਪਣੇ ਆਪ ਖਤਮ ਹੋਣ ਲੱਗ ਜਾਂਦੀ ਹੈ। ਇਹ ਜੋ ਉਲਟੇ ਸਿੱਧੇ ਕੰਮ ਕਰਨੇ ਹੁੰਦੇ ਹਨ, ਉਹ ਬੰਦੇ ਦੇ ਵਿੱਚੋਂ ਫਿਰ ਹੁੰਦਾ ਕਿ ਨਹੀਂ, ਇਹ ਕੰਮ ਅਸੀਂ ਨਹੀਂ ਕਰਨੇ। ਉਹ ਸੱਚੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਕਦੋਂ ਕਰਦਾ ਹੈ? ਜਦੋਂ ਮਨ ਨੂੰ ਟਿਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਦਾ ਹੈ, ਗੁਰਬਾਣੀ ਪੜ੍ਹਦਾ ਹੈ, ਉਸ ਨੂੰ ਸਮਝਦਾ ਹੈ। ਗੁਰਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਵਡਭਾਗੀ ਕਿਸੇ ਪ੍ਰਾਪਤ ਹੋਏ, ਜੋ ਬੜੇ ਕਰਮਾਂ ਵਾਲੇ ਹਨ, ਫਿਰ ਉਹਨਾਂ ਨੂੰ ਉਹ ਵਾਹਿਗੁਰੂ ਅਕਾਲ ਪੁਰਖ ਦੇ ਵੱਲੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਪ੍ਰਭੂ ਆਪ ਨੂੰ ਹੀ ਕਰਨ ਕਰਾਉਣ ਨੂੰ ਸਮਰੱਥ ਹੈ। ਜੋ ਵਾਹਿਗੁਰੂ ਆਪ ਹੈ ਨਾ, ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਉਹੀ ਕਰਨ ਕਰਾਉਣ ਦੇ ਸਮਰੱਥ ਹੈ। ਸਦਾ ਸਦਾ ਨਾਨਕ ਹਰਿ ਜਾਪ, ਉਸ ਹਰੀ ਨੂੰ ਸਦਾ ਸਦਾ ਜਪਿਆ ਕਰੋ। ਕਰਨ ਕਰਾਵਣ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਸਾਰੇ ਕੰਮਾਂ ਦੇ ਕਾਰਨ ਕਰਾਉਣ ਵਾਲਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੈ। ਇਸਕੇ ਹਾਥ ਕਹਾਂ ਵਿਚਾਰ, ਇਸ ਵਿਚਾਰੇ ਪ੍ਰਾਣੀ ਦੇ ਹੱਥ ਵਿੱਚ ਕੀ ਹੈ? ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੈਸੀ ਦ੍ਰਿਸ਼ਟ, ਜੀਕੂ ਦੀ ਨਜ਼ਰ ਕਰਦਾ ਹੈ ਉਹ ਵਾਹਿਗੁਰੂ ਸਾਡੇ ਉੱਪਰ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਆਪੇ ਆਪ ਆਪ ਪ੍ਰਭ ਸੋਏ, ਉਹ ਪਰਮੇਸ਼ਰ ਆਪ ਹੀ ਆਪ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ। ਜੋ ਕਿਛ ਕੀਨੋ ਸੋ ਆਪਣੇ ਰੰਗ, ਜੋ ਕੰਮ ਕਰਦਾ ਹੈ ਆਪਣੀ ਮੌਜ ਵਿੱਚ ਕਰਦਾ ਹੈ। ਸਭ ਤੇ ਦੂਰ ਹੈ, ਸਭ ਤੋਂ ਦੂਰ ਹੈ, ਸਭੂ ਕੇ ਸੰਗ, ਸਭ ਤੋਂ ਦੂਰ ਹੈ ਅਤੇ ਸਭ ਦੇ ਨੇੜੇ ਵੀ ਹੈ, ਸਾਡੇ ਵਿੱਚ ਵਸਦਾ ਹੈ।
बूझै देखे करे विवेक, आपै एक आपे अनेक। बूझै ਦੇਖੈ ਕਰੇ ਵਿਵੇਕ, ਸਮਝਦਾ ਹੈ, ਦੇਖਦਾ ਹੈ, ਵਿਚਾਰ ਕਰਦਾ ਹੈ। ਆਪੈ ਏਕ ਆਪੇ ਅਨੇਕ, ਆਪ ਹੀ ਇੱਕ ਹੈ ਤੇ ਆਪ ਹੀ ਅਨੇਕਾਂ ਰੂਪ ਹੈ। ਮਰੇ ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਦ ਹੀ ਰਿਹਾ ਸਮਾਏ। ਉਹ ਮਰਦਾ ਜੰਮਦਾ ਆਉਂਦਾ ਜਾਂਦਾ ਨਹੀਂ ਹੈ, ਉਹ ਅਮਰ ਹੈ। ਨਾਨਕ ਸਦ ਹੀ ਰਿਹਾ ਸਮਾਏ, ਉਹ ਸਭ ਵਿੱਚ ਮਿਲਿਆ ਹੋਇਆ ਹੈ। ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਆਪ ਉਪਦੇਸੈ ਸਮਝੈ ਆਪ, ਪ੍ਰਭੂ ਆਪੇ ਉਪਦੇਸ਼ਦਾ ਹੈ ਤੇ ਆਪੇ ਸਮਝਦਾ ਹੈ। ਆਪੇ ਰਚਿਆ ਸਭ ਕੇ ਸਾਥ, ਆਪ ਹੀ ਸਭ ਦੇ ਨਾਲ ਰਚਿਆ ਮਿਚਿਆ ਹੈ। ਆਪ ਕੀਨੋ ਆਪਨ ਵਿਸਥਾਰ, ਸਭ ਕਿਛ ਉਸ ਕਾ ਓ ਕਰਨੇ ਹਾਰ। ਆਪਣੇ ਆਪ ਦਾ ਆਪ ਹੀ ਖਿਲਾਰਾ ਕੀਤਾ ਹੋਇਆ ਹੈ। ਉਸ ਸੱਚੇ ਪਾਤਸ਼ਾਹ ਨੇ ਇਤਨਾ ਵਿਸਥਾਰ ਕੀਤਾ ਹੈ। ਸਭ ਕੁਛ ਉਸ ਕਾ ਉਹ ਕਰਨੇ ਹਾਰ, ਸਾਰਾ ਕੁਝ ਉਸ ਦਾ ਹੈ, ਉਹੀ ਸਭ ਕੁਝ ਨੂੰ ਬਣਾਉਣ ਵਾਲਾ ਹੈ। ਉਸ ਤੇ ਭੈਨ ਕਹੋ ਕਿਛ ਹੋਏ, ਥਾਨ ਥਨੰਤਰ ਏਕੇ ਸੋਏ। ਉਸ ਤੇ ਭੈਨ ਕਹੋ ਕਿਛ ਹੋਏ, ਦੱਸੋ ਤਾਂ ਉਸ ਤੋਂ ਵੱਖ ਕੁਝ ਹੋ ਸਕਦਾ ਹੈ? ਨਹੀਂ ਹੋ ਸਕਦਾ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਕੁਛ ਵੀ ਬਿਨਾਂ। ਥਾਨ ਥਨੰਤਰ ਏਕੇ ਸੋਏ, ਥਾਵਾਂ ਤੇ ਥਾਵਾਂ ਦੇ ਅੰਦਰ ਵੀ ਉਹ ਇੱਕ ਵਾਹਿਗੁਰੂ ਆਪ ਹੀ ਹੈ। ਉਹ ਹਰ ਕਣ ਕਣ ਦੇ ਵਿੱਚ ਮੌਜੂਦ ਹੈ। ਆਪਣੇ ਚਲਤ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ। ਆਪਣੇ ਚਲਤ ਆਪ ਕਰਨੇ ਹਾਰ, ਆਪਣੇ ਖੇਲ ਤਮਾਸ਼ੇ ਉਹ ਆਪ ਹੀ ਕਰਦਾ ਹੈ। ਕੌਤਕ ਕਰੇ ਰੰਗ ਅਪਾਰ, ਉਹ ਰੰਗ ਤੇ ਤਮਾਸ਼ੇ ਕਰਦਾ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ। ਮਨ ਮੈਂ ਆਪ ਮਨ ਆਪਣੇ ਮਾਹੇ, ਉਹ ਮਨ ਵਿੱਚ ਵਸਦਾ ਹੈ ਤੇ ਮਨ ਉਸ ਵਿੱਚ ਵਸਦੇ ਹਨ। ਉਹ ਹਰ ਇੱਕ ਦੇ ਮਨ ਵਿੱਚ ਵਸਦਾ ਹੈ ਤੇ ਬਹੁਤ ਸਾਰੇ ਜੋ ਜੀਵ ਹਨ, ਪ੍ਰਾਣੀ ਹਨ, ਉਹਨਾਂ ਦੇ ਮਨਾਂ ਦੇ ਵਿੱਚ ਉਸ ਵਾਹਿਗੁਰੂ ਦਾ ਜੋ ਸਥਾਨ ਹੈ, ਜੋ ਉਸ ਵਾਹਿਗੁਰੂ ਦੇ ਸਥਾਨ ਨੂੰ ਸਮਝਦੇ ਹਨ, ਫਿਰ ਉਹ ਉਸ ਵਾਹਿਗੁਰੂ ਦੇ ਮਨ ਵਿੱਚ ਜਾ ਕੇ ਵਸ ਜਾਂਦੇ ਹਨ। ਨਾਨਕ ਕੀਮਤ ਕਹੁਣ ਨਾ ਜਾਏ, ਉਸ ਸੁੱਖ ਰੂਪ ਦੀ ਕੋਈ ਗਿਣਤੀ ਨਹੀਂ ਹੈ। ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੇ ਵਖਿਆਨੀ। ਮਾਲਕ ਤਿੰਨਾਂ ਸਮਿਆਂ ਵਿੱਚ ਸੱਚਾ ਹੈ। ਗੁਰੂ ਦੀ ਕਿਰਪਾ ਨਾਲ ਇਹ ਗੱਲ ਕਿਸੇ ਨੂੰ ਨੇ ਆਖੀ ਹੈ, ਸੱਚ 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 ਸਭ ਕੀਨਾ, ਕੋਟ ਮਧੇ ਕਿਨੇ ਬਿਰਲੇ ਚੀਨਾ। ਸੱਚ ਸੱਚ ਸਭ ਕੀਨਾ, ਤਿੰਨਾਂ ਸਮਿਆਂ ਵਿੱਚ ਉਸ ਨੇ ਸਭ ਸੱਚ ਕੀਤਾ ਹੈ। ਕੋਟ ਮਧੇ ਕਿੰਨੇ ਬਿਰਲੇ ਚੀਨਾ, ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਹੀ ਉਸ ਨੇ ਜਾਣਿਆ ਹੈ। ਜੋ ਸਮਾਂ ਬੀਤ ਗਿਆ ਹੈ ਉਸ ਨੇ ਉਦੋਂ ਵੀ ਸਾਡਾ ਚੰਗਾ ਕੀਤਾ ਹੈ, ਜੋ ਚੱਲ ਰਿਹਾ ਹੈ ਉਦੋਂ ਵੀ ਉਹ ਸਾਡਾ ਚੰਗਾ ਹੀ ਕਰਦਾ ਹੈ, ਜਦੋਂ ਆਉਣ ਵਾਲਾ ਹੈ ਉਦੋਂ ਵੀ ਉਹ ਸਾਡਾ ਚੰਗਾ ਕਰਦਾ ਹੈ। ਉਹ ਸੱਚ ਹੈ। ਭਲਾ 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 ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ। ਭਲਾ ਭਲਾ ਤੇਰਾ ਰੂਪ, ਤੇਰਾ ਰੂਪ ਤਿੰਨਾਂ ਸਮਿਆਂ ਵਿੱਚ ਭਲਾ ਹੈ। ਅਤਿ ਸੁੰਦਰ ਅਪਾਰ ਅਨੂਪ, ਹੇ ਅਪਾਰ ਅਨੂਪ ਤੂੰ ਬਹੁਤ ਹੀ ਸੁੰਦਰ ਹੈ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਵਖਾਣੀ। ਪਵਿੱਤਰ 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 ਪੁਨੀਤ,
ਨਾਮ ਜਪੇ ਨਾਨਕ ਮਨ ਪ੍ਰੀਤ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਾਣੀ। ਪਵਿੱਤਰ 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 ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਤੇਰੀ ਬਾਣੀ ਤਿੰਨਾਂ ਸਮਿਆਂ ਦੇ ਵਿੱਚ ਸਾਫ਼ ਹੈ, ਨਿਰਮਲ ਹੈ। ਨਿਰਮਲ ਭਾਵ ਬਿਨਾਂ ਮੈਲ ਤੋਂ ਹੈ, ਸਾਫ਼ ਹੈ। ਘਟ ਘਟ ਸੁਣੀ ਸਰਵਣ ਵਖਾਣੀ, ਕੰਨਾਂ ਨਾਲ ਸੁਣੀ ਤੇ ਸੁਣ ਕੇ ਫਿਰ ਕਥਨ ਕੀਤੀ ਹੈ, ਸਮਝੀ ਗਈ ਹੈ। ਪਵਿੱਤਰ 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 ਪੁਨੀਤ, ਨਾਮ ਸੁਣਨ ਤੇ ਸੁਣਾਉਣ ਵਾਲੇ ਸਭ ਬਹੁਤ ਪਵਿੱਤਰ ਹਨ। ਨਾਮ ਜਪੇ ਨਾਨਕ ਮਨ ਪ੍ਰੀਤ, ਇਹ ਜੀਵ ਮਨ ਦੀ ਪ੍ਰੀਤੀ ਦੁਆਰਾ ਨਾਮ ਜਪਦਾ ਹੈ। ਜਿਸ ਦੇ ਮਨ ਵਿੱਚ ਪ੍ਰੀਤ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ, ਉਹੀ ਫਿਰ ਉਸ ਦਾ ਨਾਮ ਜਪਦਾ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਪੜ੍ਹਦਿਆਂ ਕੋਲੋਂ, ਅਰਥ ਕਰਦਿਆਂ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਬਖਸ਼ਣ ਯੋਗ ਹੋ। ਆਪ ਨੇ ਬਖਸ਼ਣਾ, ਮਾਫ਼ ਕਰਨਾ ਅਤੇ ਹਰ ਰੋਜ਼ ਇਸੇ ਤਰ੍ਹਾਂ ਗੁਰਬਾਣੀ ਜ਼ਰੂਰ ਪੜ੍ਹਿਆ ਕਰੋ। ਬੱਚਿਆਂ ਨੂੰ ਵੀ ਕੋਲੇ ਬਿਠਾਇਆ ਕਰੋ, ਥੋੜ੍ਹਾ ਜਿਹਾ ਟਾਈਮ ਕੱਢ ਲਿਆ ਕਰੋ। ਭਲਾਂ ਦੀ ਇੱਕ ਅਸ਼ਟਪਦੀ ਜਿਵੇਂ ਆਪਾਂ ਪੜ੍ਹਦੇ ਹਾਂ, ਬਸ ਇੰਨਾ ਹੀ ਪੜ੍ਹ ਕੇ ਇਤਨਾ ਹੀ ਸਮਝ ਲਵੋ, ਬਹੁਤ ਹੈ। ਚਾਹੇ 4 ਪੰਗਤੀਆਂ ਵੀ ਪੜ੍ਹੋ, ਬਹੁਤ ਹਨ, ਪਰ ਉਸਨੂੰ ਸਮਝ ਕੇ ਪੜ੍ਹੋ। ਫਿਰ ਗੁਰਬਾਣੀ ਨੂੰ ਜ਼ਰੂਰ ਮੰਨਿਆ ਕਰੋ, ਉਸ ਦੇ ਅਨੁਸਾਰ ਜੀਵਨ ਬਤੀਤ ਕਰਿਆ ਕਰੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।